ਹੈ 7 ਲੱਖ ਰੁਪਏ ਦਾ ਬਜਟ ਹੈ ਤਾਂ ਗ੍ਰੀਸ ਉਹਨਾਂ ਵਾਸਤੇ ਹੈ ਜੀ। ਪੰਜਾਬੀ ਚ ਇੰਟਰਵਿਊ ਇਹਨਾਂ ਨੇ ਜੀ। ਕਿੰਨੀ ਕੁ ਤਨਖਾਹ ਹੋ ਜਾਂਦੀ ਹੈ ਬੰਦੇ ਦੀ ਨਾਰਮਲ, ਜਿਹੜਾ ਜਮਾ ਬੇਸਿਕ ਤੇ ਥੋੜਾ ਉੱਪਰ ਲੈਵਲ? ਹਾਂਜੀ, ਜਿਹੜਾ ਬੰਦਾ ਆਊਗਾ ਜੀ ਵਰਕ ਵੀਜ਼ੇ ਤੇ ਉਹ ਆਊਗਾ ਜੀ ਆਲਮੋਸਟ ਐਗਰੀਕਲਚਰ ਦੇ ਕੰਮ 'ਚ ਜੀ, ਖੇਤੀਬਾੜੀ ਦੇ ਕੰਮ 'ਚ ਆਊਗਾ ਤੇ ਉਹਦੀ ਸੈਲਰੀ ਬੇਸਿਕ ਸੈਲਰੀ ਜਿਹੜੀ ਗ੍ਰੀਸ ਦੇ ਵਿੱਚ ਹੈਗੀ ਉਹ ਸਤਿ ਸ਼੍ਰੀ ਅਕਾਲ ਜੀ। ਕੰਟਰੀ ਵਰਸਸ ਕੰਟਰੀ ਦੀ ਆਪਣੀ ਸੀਰੀਜ਼ ਦੀ 9ਵੀਂ ਵੀਡੀਓ ਇਹ। ਅੱਜ ਦੀ ਵੀਡੀਓ ਆਪਾਂ ਯੂਰਪ ਦੀ ਕੰਟਰੀ ਜਿੱਦਾਂ ਆਪਾਂ ਗ੍ਰੀਸ ਬਾਰੇ ਗੱਲਬਾਤ ਕਰਾਂਗੇ। ਗ੍ਰੀਸ ਕਿਵੇਂ ਦਾ ਮੁਲਕ ਆ, ਜਾਣਾ ਚਾਹੀਦਾ ਕਿ ਨਹੀਂ। ਉੱਥੇ ਵੀਰ 2019 'ਚ ਗਿਆ ਸੀ, ਉਹਨਾਂ ਨਾਲ ਗੱਲਬਾਤ ਕੀਤੀ ਗ੍ਰੀਸ ਬਾਰੇ। ਮੇਰੇ ਖਿਆਲ 'ਚ ਜਿਨ੍ਹਾਂ ਕੋਲ ਬਾਹਲਾ ਜ਼ਿਆਦਾ ਬਜਟ ਨਹੀਂ ਹੈਗਾ ਤਾਂ ਇਹ ਮੁਲਕ ਵੀ ਵਧੀਆ ਹੋ ਸਕਦਾ, ਸਪੇਨ ਵਾਂਗ ਇਹ ਵੀ ਵਧੀਆ। ਤੁਸੀਂ ਸਾਰੀ ਗੱਲਬਾਤ ਸੁਣਿਓ ਗ੍ਰੀਸ ਬਾਰੇ ਅਤੇ ਬਾਈ ਜੀ ਨੂੰ ਆਪਾਂ ਕਾਲ 'ਤੇ ਲੈਂਦੇ ਹਾਂ, ਗੱਲਬਾਤ ਕਰਦੇ ਹਾਂ। ਲਓ ਜੀ ਸਰਬਜੋਤ ਬਾਈ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਥੈਂਕ ਯੂ ਟਾਈਮ ਦੇਣ ਦੇ ਲਈ। ਅੱਜ ਆਪਾਂ ਗ੍ਰੀਸ ਬਾਰੇ ਪੂਰੀ ਗੱਲਬਾਤ ਕਰਾਂਗੇ। ਥੈਂਕ ਯੂ ਵੀਰੇ ਤੁਹਾਡਾ, ਕਿਉਂਕਿ ਤੁਸੀਂ ਪਹਿਲਾਂ ਟਾਈਮ ਕੱਢਿਆ ਜੀ ਮੇਰੇ ਵਾਸਤੇ ਤੇ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ YouTube ਚੈਨਲ ਤੇ ਜ਼ਰੂਰ ਲੋਕਾਂ ਤੱਕ ਮੈਸੇਜ ਪਹੁੰਚਾਓਗੇ ਕਿ ਆਪਣੇ ਜਿਹੜਾ ਗ੍ਰੀਸ ਦਾ ਸਿਸਟਮ ਕੀ ਹੈ ਪ੍ਰੋਪਰ ਤਰੀਕੇ ਨਾਲ। ਲੋਕਾਂ ਨੂੰ, ਬਹੁਤ ਜਿਹਨਾਂ ਲੋਕਾਂ ਨੂੰ ਨਹੀਂ ਪਤਾ, ਪੰਜਾਬੀਆਂ ਨੂੰ ਉਹ ਏਜੰਟਾਂ ਦੇ ਬਹੁਤ ਲੁੱਟੇ ਜਾਂਦੇ। ਸੋ ਮੈਂ ਤਾਂਹੀਓ ਤੁਹਾਨੂੰ ਅਪਰੋਚ ਕੀਤੀ ਸੀ ਕਿ ਤੁਸੀਂ ਮੇਰੇ ਨਾਲ ਇੱਕ ਵਾਰੀ ਗੱਲਬਾਤ ਜ਼ਰੂਰ ਕਰੋ ਤੇ ਆਪਾਂ ਲੋਕਾਂ ਤੱਕ ਇੱਕ ਸਹੀ ਮੈਸੇਜ ਜਿਹੜਾ ਆਪਾਂ ਪਹੁੰਚਾਈਏ ਜੀ। ਬਿਲਕੁਲ ਬਾਈ ਜੀ। ਸੋ ਸਭ ਤੋਂ ਪਹਿਲਾਂ ਬਾਈ ਜੀ ਮੇਰਾ ਸਵਾਲ ਇਹੀ ਆ ਕਿ ਗ੍ਰੀਸ ਕਿਹੜੇ ਬੰਦਿਆਂ ਲਈ ਬਣਿਆ, ਮਤਲਬ ਕਿਸ ਤਰੀਕੇ। ਕਈ ਤਾਂ ਹੁੰਦੇ ਨੇ ਜਿਹੜੇ ਵੀ ਪੈਸੇ ਵੀ ਬਹੁਤ ਅਫੋਰਡ ਕਰ ਸਕਦੇ, ਚਲੋ ਆਪਾਂ ਕਹਿੰਦੇ ਵੀ ਚਲੋ ਉਹਨੂੰ ਵੱਡੀਆਂ ਕੰਟਰੀ ਲਈ ਸਾਈਡ ਤੇ ਰੱਖ ਦਈਏ। ਕਈ ਮੇਰੇ ਵੀਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਯਾਰ 5-6 ਲੱਖ ਆਪਾਂ ਕਰ ਸਕਦੇ ਹਾਂ ਨਾ, ਵੀ ਆਪਾਂ ਦੁਬਈ ਅਸੀਂ ਜਾਣਾ ਨਹੀਂ ਚਾਹੁੰਦੇ, ਅਸੀਂ ਥੋੜਾ ਜਿਹਾ ਉਤਲੇ ਲੈਵਲ ਦਾ। ਮਤਲਬ ਕਿਸ ਤਰ੍ਹਾਂ ਦੇ ਲੋਕਾਂ ਲਈ ਬਣਿਆ ਇਹ ਮੁਲਕ, ਕਿੰਨੇ ਕੁ ਪੈਸੇ ਲੱਗ ਜਾਂਦੇ ਆ? ਦੇਖੋ, ਗ੍ਰੀਸ ਉਹਨਾਂ ਵਾਸਤੇ ਹੈ ਜੀ ਜਿਹੜੇ ਚੰਗੀਆਂ ਕੰਟਰੀਆਂ 'ਚ ਨਹੀਂ ਜਾ ਸਕਦੇ ਜੀ। ਜੇ ਤੁਸੀਂ ਵੈਲ ਐਜੂਕੇਟਡ ਪਰਸਨ ਹੈਗੇ ਹੋ, ਜੇ ਤੁਹਾਨੂੰ ਕੋਈ ਚੰਗੀ ਜੌਬ ਮਿਲਦੀ ਹੈ ਗ੍ਰੀਸ ਦੇ ਵਿੱਚ, ਫਿਰ ਤੁਸੀਂ ਵੀਜ਼ਾ ਲੈ ਕੇ ਈਜ਼ੀਲੀ ਇੱਥੇ ਆ ਸਕਦੇ ਹੋ। ਬਟ ਗੱਲ ਹੈ ਕਿ ਟਾਈਪ ਡੀ ਵੀਜ਼ਾ, ਇੱਥੇ ਵਰਕ ਵੀਜ਼ਾ ਅਗਰ ਲੈ ਕੇ ਆਉਣਾ ਤਾਂ ਐਗਰੀਕਲਚਰ ਦਾ ਹੀ ਕੰਮ ਮਿਲਦਾ, ਹੋਰ ਕੋਈ ਕੰਮ ਨਹੀਂ ਮਿਲਦਾ ਜੀ। ਸੋ ਨਾਰਮਲੀ ਹੈ ਕਿ ਤੁਸੀਂ ਚੰਗੀ ਕੰਟਰੀ 'ਚ ਨਹੀਂ ਜਾ ਸਕਦਾ, ਬਜਟ ਘੱਟ ਹੈ, 6 ਲੱਖ ਰੁਪਏ ਦਾ ਬਜਟ ਹੈ, 7 ਲੱਖ ਰੁਪਏ ਦਾ ਬਜਟ ਹੈ, ਤਾਂ ਗ੍ਰੀਸ ਉਹਨਾਂ ਵਾਸਤੇ ਹੈ ਜੀ। ਓਕੇ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ? ਮੈਨੂੰ ਜੀ 2019 ਤੇ 8 ਅਗਸਤ ਨੂੰ ਮੈਂ ਗ੍ਰੀਸ ਲੈਂਡ ਕੀਤਾ ਸੀ ਜੀ। ਓਕੇ ਆਲਮੋਸਟ ਹੋ ਗਏ 4 ਸਾਲ, ਰਾਈਟ? ਨਹੀਂ, ਹੋ ਗਏ 2.5 ਸਾਲ ਹੋ ਗਏ ਵੀਰੇ। 2.5 ਸਾਲ ਹੋਏ। ਓਕੇ ਜੀ, ਓਕੇ। ਸੋ ਬਾਈ ਜੀ ਅਗਲਾ ਸਵਾਲ ਇਹ ਹੈ ਵੀ ਗ੍ਰੀਸ ਆਉਣ ਦੇ ਤਰੀਕੇ ਕਿੰਨੇ ਨੇ? ਸਟੂਡੈਂਟ ਆਇਆ ਜਾਵੇ ਜਾਂ ਵਰਕਰ ਆਇਆ ਜਾਵੇ ਜਾਂ ਵੀ ਪੱਕੇ ਹੋ ਕੇ ਆਈ ਜਾਈ, ਜਾਂ ਹੋਰ ਕੀ ਤਰੀਕੇ ਨੇ ਇੱਥੇ ਆਉਣ ਦੇ? ਰਾਈਟ ਜੀ। ਸੋ ਪਹਿਲਾ ਆਪਸ਼ਨ ਹੈਗਾ ਜੀ ਆਪਣਾ ਤੁਹਾਡਾ ਟੂਰਿਸਟ ਵੀਜ਼ਾ ਜੀ। ਜੇ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਆ ਸਕਦੇ ਹੋ ਤਾਂ ਬਹੁਤ ਈਜ਼ੀ ਹੋ ਜਾਂਦਾ, ਈਜ਼ੀਲੀ ਤੁਸੀਂ ਇੱਥੇ ਆ ਕੇ ਪੇਪਰ ਨਹੀਂ ਚੇਂਜ ਕਰਾ ਸਕਦੇ, ਪੋਰਚੁਗਲ ਤੁਸੀਂ ਈਜ਼ੀਲੀ ਨਿਕਲ ਸਕਦੇ ਹੋ। ਦੂਸਰਾ ਤਰੀਕਾ ਹੈ ਸਟੂਡੈਂਟ ਵੀਜ਼ਾ ਜੀ। ਸਟੂਡੈਂਟ ਵੀਜ਼ਾ ਇੱਥੇ ਈਜ਼ੀਲੀ ਲੱਗ ਜਾਂਦਾ ਹੈ, 3 ਸਾਲ ਦਾ ਗੈਪ ਹੋਵੇ ਬੱਚੇ ਕੋਲ ਤੇ ਈਜ਼ੀਲੀ 100% ਵੀਜ਼ਾ ਲੱਗ ਜਾਂਦਾ। ਥੋੜੀ ਜਿਹੀ ਇੰਗਲਿਸ਼ ਆਉਂਦੀ ਹੋਵੇ ਬੋਲਣੀ, ਵਿਦਾਊਟ ਆਇਲਸ ਹੈ ਤੇ 5 ਤੋਂ ਲੈ ਕੇ 6 ਲੱਖ ਰੁਪਏ ਦੇ ਵਿੱਚ ਵਿਦਾਊਟ ਏਜੰਟ ਬੱਚਾ ਈਜ਼ੀਲੀ ਅਪਲਾਈ ਕਰ ਸਕਦਾ ਹੈ ਜੀ। ਤੀਜਾ ਰਸਤਾ ਹੈਗਾ ਜੀ ਵਰਕ ਪਰਮਿਟ। ਵਰਕ ਪਰਮਿਟ ਜੇ ਤੁਹਾਡੇ ਰਿਸ਼ਤੇਦਾਰ ਹੈਗੇ ਨੇ ਕਿਸੇ ਬੱਚੇ ਦੇ ਤਾਂ ਵੀਜ਼ਾ ਵੱਧ ਤੋਂ ਵੱਧ 2.5 ਲੱਖ ਰੁਪਏ ਦੇ ਵਿੱਚ ਵੀਜ਼ਾ ਨਿਕਲ ਜਾਂਦਾ ਹੈ ਜੀ। ਜੇ ਨਹੀਂ ਹੈਗੇ, ਏਜੰਟਾਂ ਦੇ ਢਾਂਚੇ ਚੜ੍ਹਨਾ ਤਾਂ ਉਹ 12 ਲੱਖ ਵੀ ਲੈਂਦਾ ਹੈ, ਕੋਈ 15 ਵੀ ਲੈਂਦਾ ਹੈ, ਕੋਈ 16 ਵੀ ਲਈ ਜਾਂਦੀ ਹੈ ਜੀ। ਸੋ ਨਾਰਮਲੀ ਅਗਰ ਆਪਾਂ ਗੱਲ ਕਰੀਏ ਏਜੰਟਾਂ ਦੇ ਕੋਲ ਜਾਣਾ ਵਰਕ ਪਰਮਿਟ ਲੈਣ ਵਾਸਤੇ, ਤਾਂ ਕਈ ਜਿਹੜੇ ਚੰਗੇ ਏਜੰਟ ਆ ਉਹ 8 ਲੱਖ ਰੁਪਏ 'ਚ ਵੀ ਵੀਜ਼ਾ ਦੇ ਦਿੰਦੇ, ਜਿਹੜਾ ਕਿ ਸਫੀਸ਼ੀਐਂਟ ਹੈ। 8 ਲੱਖ ਰੁਪਏ ਸਫੀਸ਼ੀਐਂਟ ਹੈ ਜੇ ਕੋਈ ਆਉਂਦਾ ਤਾਂ। ਓਕੇ। ਸੋ ਤੁਹਾਡੇ ਅਕੋਰਡਿੰਗ ਬੰਦੇ ਨੂੰ ਆਪ ਅਪਲਾਈ ਕਰਨਾ ਚਾਹੀਦਾ ਕਿ ਏਜੰਟਾਂ ਕੋਲ ਜਾਣਾ ਚਾਹੀਦਾ? ਦੇਖੋ, ਵਰਕ ਪਰਮਿਟ ਤਾਂ ਬੱਚਾ ਆਪੇ ਅਪਲਾਈ ਨਹੀਂ ਕਰ ਸਕਦਾ ਜੀ। ਉਹਦੇ ਕੋਈ ਰਿਸ਼ਤੇਦਾਰ ਹੋਊਗਾ ਤੇ ਕੋਈ ਇੰਪਲੋਇਰ ਲੱਭੇਗਾ। ਐਗਰੀਕਲਚਰ ਦਾ ਹੀ ਕੰਮ ਮਿਲਣਾ, ਹੋਰ ਕੋਈ ਇੰਪਲੋਇਰ ਨਹੀਂ ਮਿਲਣਾ ਇੱਥੇ, ਤੇ ਉਹ ਐਗਰੀਕਲਚਰ ਤੇ ਹੀ ਕੰਮ ਕਰ ਸਕਦਾ। ਤੇ ਜੇ ਕੋਈ ਉਹਨਾਂ ਦਾ ਕੋਈ ਰਿਸ਼ਤੇਦਾਰ ਕੋਈ ਖੇਤੀਬਾੜੀ ਦੇ ਵਿੱਚ ਕੋਈ ਬੰਦਾ ਮਿਲ ਜੇ, ਪੇਪਰ ਕਢਵਾ ਦੇ, ਤਾਂ ਬਹੁਤ ਈਜ਼ੀਲੀ ਆ ਸਕਦਾ ਜੀ। ਪੰਜਾਬੀ 'ਚ ਇੰਟਰਵਿਊ ਇਹਨਾਂ ਨੇ ਜੀ। ਓਕੇ ਸਹੀ ਹੈ ਕੰਮ, ਹਨਾ? ਸਹੀ ਹੈ ਗੁੱਡ। ਖਰਚਾ ਕਿੰਨਾ ਕੁ ਆ ਜਾਂਦਾ ਵੈਸੇ ਵਰਕਰ ਤੇ ਬਾਈ? 12 ਲੱਖ ਆਉਂਦਾ ਜੇ ਏਜੰਟਾਂ ਦੇ ਢਾਂਚੇ ਚੜਾਂਗੇ ਤਾਂ 12 ਵੀ ਹੈ, 15 ਵੀ ਹੈ, ਕੋਈ 10 ਲੈਂਦਾ ਹੈ, ਕੋਈ 16 ਵੀ ਲੈਂਦਾ ਜੀ। ਨਾਰਮਲੀ ਆਪਾਂ ਅਗਰ 8 ਲੱਖ ਰੁਪਏ ਮੰਗਦਾ ਨਾ ਏਜੰਟ, ਤਾਂ ਮੈਂ ਕਹਿੰਦਾ ਸਫੀਸ਼ੀਐਂਟ ਹੈ ਜੀ। 8 ਲੱਖ ਰੁਪਏ ਈਜ਼ੀਲੀ ਕਵਰ ਕਰ ਲੂਗਾ ਬੱਚਾ। ਚਲੋ ਬਾਈ ਆਪਾਂ ਪੈਸੇ ਲਾ ਕੇ ਆ ਗਏ, ਹਨਾ? ਫਿਰ ਗਾਹਾਂ ਕੀ ਕੰਮ ਕਿਵੇਂ ਮਿਲਦਾ? ਇਹ ਪੈਸੇ ਇਹ ਨਾ ਹੋਵੇ 12 ਲੱਖ ਤਾਂ ਬੰਦਾ ਲਾਇਆ ਵੀ ਇੱਥੇ, ਕਿਤੇ ਪੰਗਾ ਹੀ ਲੈ ਲਿਆ ਵੀ ਬਣਦੇ ਕੱਖ ਨਹੀਂ। ਕਿੰਨੀ ਕੁ ਤਨਖਾਹ ਹੋ ਜਾਂਦੀ ਹੈ ਬੰਦੇ ਦੀ ਨਾਰਮਲ, ਜਿਹੜਾ ਜਮਾ ਬੇਸਿਕ ਤੇ ਥੋੜਾ ਉੱਪਰ ਲੈਵਲ? ਹਾਂਜੀ, ਜਿਹੜਾ ਬੰਦਾ ਆਊਗਾ ਜੀ ਵਰਕ ਵੀਜ਼ੇ ਤੇ ਉਹ ਆਊਗਾ ਜੀ ਆਲਮੋਸਟ ਐਗਰੀਕਲਚਰ ਦੇ ਕੰਮ 'ਚ ਜੀ, ਖੇਤੀਬਾੜੀ ਦੇ ਕੰਮ 'ਚ ਆਊਗਾ ਤੇ ਉਹਦੀ ਸੈਲਰੀ, ਬੇਸਿਕ ਸੈਲਰੀ ਜਿਹੜੀ ਗ੍ਰੀਸ ਦੇ ਵਿੱਚ ਹੈਗੀ ਉਹ 750 ਯੂਰੋ ਹੈ ਜੀ ਬਸ। ਤੇ ਰਹਿਣਾ ਖਾਣਾ ਮਾਲਕ ਵੱਲੋਂ ਫ੍ਰੀ ਹੁੰਦਾ ਜੀ, ਤੇ 750 700 ਕਿਸੇ ਨੂੰ 8 ਮਿਲ ਜੂਗਾ, 800 ਮਿਲ ਜੇਗਾ। ਉਹ ਸਾਰੀ ਸੇਵਿੰਗ ਹੀ ਹੈ ਜੀ। ਜੇ ਬੱਚਾ ਨਹੀਂ ਖਾਂਦਾ ਪੀਂਦਾ, ਕੋਈ ਸ਼ੌਂਕੀ ਨਹੀਂ ਹੈਗਾ ਦਾਰੂ ਦੂਰੂ ਦਾ, ਚਿਕਨ ਚੁਕਨ ਦਾ, ਉਹ ਸੇਵਿੰਗ ਕਰ ਲਏਗਾ। ਮਾੜਾ ਮੋਟਾ ਤਾਂ ਚਲੋ ਹਰੇਕ ਬੰਦੇ ਨੂੰ ਖਾਣਾ ਪੀਣਾ ਤਾਂ ਹੈਗਾ ਹੀ।
ਠੀਕ ਆ ਬਾਈ ਜੀ 750 ਬਾਈ ਚਲੋ ਉਧਰ ਲੱਗ ਗਿਆ, ਫਿਰ ਘਰ ਦੇ ਜਿਹੜਾ ਤੁਸੀਂ ਰਹੋਗੇ ਉੱਥੇ ਬੇਸਮੈਂਟ ਜਾਂ ਅਪਾਰਟਮੈਂਟ ਜਾਂ ਰਹਿਣ ਦਾ ਖਰਚਾ ਫਿਰ ਕਿੰਨਾ ਕੁ ਆ ਜਾਂਦਾ ਹੁੰਦਾ ਨਹੀਂ, ਉਹ ਫੂਡ ਦਾ? ਅੱਛਾ ਅਕੋਮੋਡੇਸ਼ਨ ਉਹ ਵਿੱਚ ਹੀ, ਉਹ ਵਿੱਚ ਹੀ ਹੈ ਜੀ। ਅੱਛਾ ਉਹ ਫ੍ਰੀ ਹੋ ਜਾਂਦਾ, ਇਹ ਸਹੀ ਹੈ ਕੰਮ ਹੈ ਨਾ ਬਾਈ। ਹਾਂਜੀ ਗੁੱਡ ਆ। ਹਾਂਜੀ। ਤੇ ਚਲੋ ਇਹ ਵੀ ਸਹੀ ਆ ਵੀ ਆਪਣਾ ਇਨਕਮ ਵੀ ਬਣ ਹੀ ਜਾਂਦੀ 750 ਜੇ ਬੰਦਾ ਉਹ ਤੋਂ ਬਾਅਦ ਗਾਹਾਂ ਵਾਲੇ ਲੈਵਲ ਤੇ ਜਾਂਦਾ ਥੋੜਾ ਜਿਹਾ ਮਿਲ ਕੇ ਹੋਰ ਕੰਮ 'ਚ ਪੈ ਜਾਂਦਾ। ਮੰਨ ਕੇ ਚਲੋ ਜਿਹੜਾ ਕੋਈ ਬੱਚਾ ਆਂਦਾ, ਕਈ ਏਜੰਟ ਏਦਾਂ ਕਰਦੇ ਜਿਹੜੇ 12 ਲੱਖ 15 ਲੱਖ ਲੈਂਦੇ ਆ ਨਾ ਜੀ, ਉਹ ਕੀ ਕਰਦੇ ਆ, ਉਹ ਜਿਹੜੇ ਮਾਲਕ ਨਾਲ ਟਾਈ ਅਪ ਹੋਇਆ ਹੁੰਦਾ ਨਾ ਜੀ, ਉਹ ਮਾਲਕ ਸਿਰਫ ਸਰਕਾਰ ਦੇ ਨਜ਼ਰਾਂ ਦੇ ਵਿੱਚ ਬੱਚਾ ਉਹਦੇ ਕੋਲ ਆਇਆ, ਪਰ ਬੱਚਾ ਬਾਹਰ ਕਿਤੇ ਵੀ ਕੰਮ ਕਰ ਸਕਦਾ, ਉਹਦੇ ਕੋਲ ਕਰੇ ਜਾਂ ਨਾ ਕਰੇ ਕੋਈ ਦਿੱਕਤ ਨਹੀਂ ਹੁੰਦੀ। ਬਟ ਅਕੋਰਡਿੰਗ ਟੂ ਗਵਰਨਮੈਂਟ ਰੂਲ ਦੇ ਅਕੋਰਡਿੰਗ 1 ਸਾਲ ਇੰਪਲੋਇਰ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦੂਜੇ ਸਾਲ ਜਿੱਥੇ ਮਰਜ਼ੀ ਕੰਮ ਕਰੇ ਐਜ਼ ਅ ਓਪਨ ਵਰਕ ਪਰਮਿਟ ਹੈ ਜੀ। ਤਨਖਾਹ ਕਿੰਨੀ ਕੁ ਹੋ ਜਾਂਦੀ ਫਿਰ ਉੱਥੇ ਬਾਈ? ਜੇ ਡਿਲੀਵਰੀ ਦਾ ਕੰਮ ਕਰਦਾ ਜੀ ਲਾਇਸੈਂਸ ਬਣਾ ਕੇ, ਤਾਂ 1400 1500 2000 ਯੂਰੋ 2 ਸ਼ਿਫਟਾਂ ਲਾ ਕੇ ਆਰਾਮ ਨਾਲ ਕਮਾ ਲੈਂਦਾ ਜੀ। ਔਰ ਜੇ 1.5 ਲੱਖ ਇੰਡੀਆ ਦਾ? ਹਾਂਜੀ ਹਾਂਜੀ, 1.5 ਲੱਖ ਰੁਪਏ 2 ਸ਼ਿਫਟਾਂ ਲਾ ਸਹੀ ਆ। 2 ਸ਼ਿਫਟਾਂ ਲਾ ਕੇ ਜੀ। ਉਹ ਵੀ ਸਿਰਫ Okay. ਡਿਲੀਵਰੀ ਦੇ ਕੰਮ ਹੈ ਜੀ, ਜਿੰਦੇ ਚ ਤੁਸੀਂ 1.5 ਲੱਖ ਰੁਪਇਆ ਨੀਅਰ ਅਬਾਊਟ ਆਪਾਂ ਕਮਾ ਲੈਂਦੇ ਆ ਜੀ। ਠੀਕ ਹੈ, ਬਟ ਜੇ ਆਪਾਂ ਗੱਲ ਕਰੀਏ ਬੇਸਿਕ ਲੈਵਲ, ਕੋਈ ਫੈਕਟਰੀਆਂ 'ਚ ਕੰਮ ਕਰਨਾ ਹੈ ਜਾਂ ਕੋਈ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਹੈ ਜਾਂ ਕਿਤੇ ਵੀ ਕੰਮ ਕਰਨਾ ਹੈ, ਤਾਂ ਬੇਸਿਕ ਸੈਲਰੀ 750 ਹੈ ਜੀ। ਤੇ ਈਜ਼ਲੀ ਟਿਪ ਟੁਪ ਪਾ ਕੇ ਉਹ ਬੰਦਾ 1000 ਯੂਰੋ ਤੱਕ ਕਮਾ ਜਾਂਦਾ ਜੀ, ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਆ ਤਾਂ। ਓਕੇ ਸਹੀ ਹੈ ਬਾਈ, ਸਹੀ ਹੈ ਵੀ। ਚਲੋ ਹੁਣ ਬਾਈ ਜੀ ਆਪਾਂ ਗੱਲ ਕਰੀਏ ਤੁਹਾਡੇ ਬਾਰੇ ਵੀ, ਤੁਹਾਨੂੰ ਕਿੰਨਾ ਟਾਈਮ ਹੋ ਗਿਆ, ਫਿਰ ਆਪਾਂ ਇਹ ਵੀ ਗੱਲਬਾਤ ਕਰਾਂਗੇ ਵੀ ਪੀਆਰ ਤੇ ਸਿਟੀਜ਼ਨ। ਪਹਿਲਾਂ ਤੁਹਾਡਾ ਪੁੱਛ ਲਈਏ ਵੀ ਤੁਸੀਂ ਕਦੋਂ ਆਏ ਸੀ? ਹਾਂਜੀ, ਮੈਂ ਭਾਜੀ 2000 ਮੈਂ ਐਕਚੁਅਲੀ 2016 ਦੇ ਵਿੱਚ ਮੈਂ ਸਾਈਪ੍ਰਸ ਗਿਆ ਸੀ ਜੀ। ਤੇ Okay. ਕਾਫੀ ਏਜੰਟਾਂ ਦੇ ਧੱਕੇ ਚੜ ਕੇ ਨਹੀਂ ਗਾਈਡੈਂਸ ਹੈਗੀ ਸੀ ਆਪਾਂ ਨੂੰ, ਸੋ 2016 ਚ ਸਾਈਪ੍ਰਸ ਗਿਆ। ਉੱਥੇ ਮੈਂ ਸਟੱਡੀ ਵੀਜ਼ਾ ਤੇ ਮੈਂ ਆਪਣੇ ਪੇ ਕਰਦਾ ਰਿਹਾ, ਆਪਣੀਆਂ ਹਰੇਕ ਸਾਲ ਟਿਊਸ਼ਨ ਫੀਸਾਂ ਪੇ ਕਰਦਾ ਰਿਹਾ ਜੀ। ਤੇ ਘੁੰਮਣ ਦਾ ਸ਼ੌਂਕੀ ਸੀ, ਘੁੰਮਦਾ ਰਿਹਾ ਰੋਮਾਨੀਆ, ਬੁਲਗਾਰੀਆ, ਸਰਬੀਆ ਵਗੈਰਾ ਘੁੰਮ ਕੇ ਟੂਰਿਸਟ ਵੀਜ਼ੇ ਲੈ ਕੇ ਮੈਂ ਗ੍ਰੀਸ ਐਂਟਰ ਕੀਤਾ 2019 8 ਅਗਸਤ ਨੂੰ ਜੀ। ਓਕੇ ਬਾਈ। ਉੱਥੇ ਮੇਰੇ ਕੋਲ ਆਈਟੀ ਸਕਿੱਲਸ ਨੇ ਜੀ, ਮੈਂ ਆਈਟੀ ਲੈਵਲ ਤੋਂ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਜੀ, ਵੈਬ ਡਿਵੈਲਪਰ ਜੀ। ਤੇ ਕੰਪਨੀ 'ਚ ਇੰਟਰਵਿਊਜ਼ ਵਗੈਰਾ ਦਿੱਤੀਆਂ, ਉਹ ਮੇਰੇ 7-8 ਇੰਟਰਵਿਊ ਹੋਣ ਤੋਂ ਬਾਅਦ ਮੇਰੀ ਕਲੀਅਰ ਹੋ ਗਈ। ਤੇ ਉਹ ਕਹਿੰਦੇ ਕਿ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈ, ਟੂਰਿਸਟ ਵੀਜ਼ੇ ਤੇ ਤੁਹਾਨੂੰ ਅਸੀਂ ਵਰਕ ਵੀਜ਼ਾ ਦੇ ਨਹੀਂ ਸਕਦੇ ਜੀ। ਤੇ ਦੈਨ ਮੈਂ Okay. ਲਾਇਰ ਕੀਤਾ, ਉਹਨੇ 1000 ਯੂਰੋ ਲਿਆ ਮੇਰਾ, ਮੈਂ ਸਾਈਪ੍ਰਸ ਵਾਪਸ ਚਲਾ ਗਿਆ ਜੀ। ਉੱਥੋਂ ਮੈਨੂੰ ਸਪਾਂਸਰ ਆਈ, ਦੁਬਾਰਾ ਸਪਾਂਸਰ ਲੈ ਕੇ ਫਿਰ ਮੈਂ ਗ੍ਰੀਸ ਐਂਟਰ ਹੋ ਗਿਆ ਜੀ। ਫਿਰ ਮੈਂ Okay. ਕੰਮ ਕਰਦਾ ਰਿਹਾ ਜੀ। ਸੋ ਜਦੋਂ ਬੰਦਾ ਇੱਥੇ ਵਰਕ ਵੀਜ਼ਾ ਤੇ ਆਉਂਦਾ ਹੈ ਜੀ, ਸਪਾਂਸਰ ਲੈਟਰ ਲੈ ਕੇ ਜੀ, ਤਾਂ ਤੁਹਾਨੂੰ ਰੈਜ਼ੀਡੈਂਟ ਪਰਮਿਟ 6 ਮਹੀਨਿਆਂ ਦੇ ਵਿੱਚ ਰੈਜ਼ੀਡੈਂਟ ਪਰਮਿਟ ਮਿਲ ਜਾਂਦਾ ਇੱਥੇ ਆ ਕੇ ਜੀ, ਜਿਹੜਾ ਕਿ ਤੁਸੀਂ Okay. 26 ਕੰਟਰੀਜ਼ ਦੇ ਵਿੱਚ ਈਜ਼ੀਲੀ ਘੁੰਮ ਫਿਰ ਸਕਦੇ ਹੋ 3 ਮਹੀਨਿਆਂ ਵਾਸਤੇ ਜੀ। ਬਟ ਜੇ ਤੁਸੀਂ ਕਹੋ ਕਿ ਯੂਰੋਪੀਅਨ ਸਿਟੀਜ਼ਨ ਬਣਨਾ ਹੈ, ਤਾਂ ਤੁਹਾਨੂੰ ਗ੍ਰੀਸ ਦੇ ਵਿੱਚ ਜਾਂ ਕਿਸੇ ਹੋਰ ਸ਼ੈਂਜਨ ਜ਼ੋਨ ਦੇ ਵਿੱਚ 5 ਸਾਲ ਕੰਟੀਨਿਊਸਲੀ ਉਹਨਾਂ ਦੀ ਕੰਟਰੀ 'ਚ ਕੰਮ ਕਰਨਾ ਪਏਗਾ। ਦੈਨ ਤੁਸੀਂ ਐਜ਼ ਅ ਯੂਰੋਪੀਅਨ ਸਿਟੀਜ਼ਨ ਹੋ ਜਾਂਦੇ ਹੋ, ਕਿ ਤੁਸੀਂ ਜਾ ਕੇ ਕਿਤੇ ਵੀ ਇੰਪਲੋਇਰ ਲੱਭ ਕੇ ਕਿਤੇ ਵੀ ਕੰਮ ਕਰ ਸਕਦੇ ਹੋ। ਓਕੇ ਬਾਈ, ਹੁਣ ਤੁਸੀਂ ਕਿਹੜੇ ਸਟੇਟਸ ਤੇ ਹੋ? ਪੀਆਰ ਹੋ, ਸਿਟੀਜ਼ਨ ਹੋ, ਕੀ ਹੋ ਤੁਸੀਂ? ਮੇਰੇ ਕੋਲ ਰੈਜ਼ੀਡੈਂਟ ਪਰਮਿਟ ਹੈਗਾ ਜੀ ਇੱਥੋਂ ਦਾ, ਕਿ ਮੇਰੇ ਕੋਲ ਪੂਰੇ ਐਜ਼ ਅ ਜਿਵੇਂ ਗ੍ਰੀਕ ਜਿਹੜੇ ਇੱਥੋਂ ਦੇ ਲੋਕੀ ਨੇ, ਉਹਨਾਂ ਕੋਲ ਜੋ ਰਾਈਟਸ ਨੇ ਉਵੇਂ ਹੀ ਆਪਣੇ ਰਾਈਟਸ ਨੇ ਜੀ। ਤੇ ਆਪਾਂ Okay. ਪ੍ਰੋਪਰ ਟੈਕਸ 24% ਜਿਹੜਾ ਹੁੰਦਾ ਇਹਨਾਂ ਦਾ ਟੈਕਸ ਪੇ ਕਰੀਦਾ, ਕੰਮ ਕਰੀਦਾ ਜੀ। 8 ਘੰਟੇ Okay. ਕੰਮ, ਸੋ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਜੀ। ਸੋ ਬਾਈ ਪੀਆਰ ਤੇ ਬੰਦਾ ਸਿਟੀਜ਼ਨ ਕਿੰਨੇ ਟਾਈਮ 'ਚ ਹੋ ਜਾਂਦਾ ਇੱਥੇ ਵੀਰੇ ਗ੍ਰੀਸ 'ਚ? ਇੱਥੇ 25 ਸਾਲ ਹੋ ਗਏ ਲੋਕਾਂ ਨੂੰ ਜੀ, ਪਾਸਪੋਰਟ ਨਹੀਂ। Okay. ਬਹੁਤ ਔਖਾ ਪਾਸਪੋਰਟ ਬਣਾਉਣਾ ਜੀ। ਲੋਕਾਂ ਦੀ ਨਜ਼ਰਾਂ ਦੇ ਵਿੱਚ ਪਤਾ ਕੀ ਹੈ ਵੀਰੇ, ਤੁਸੀਂ ਉੱਥੇ ਜਾ ਕੇ ਈਜ਼ੀਲੀ ਪੀਆਰ ਲੈ ਲਓਗੇ, ਪਾਸਪੋਰਟ ਬਣ ਜਾਊਗਾ। ਰੂਲਸ ਦੇ ਅਕੋਰਡਿੰਗ ਅਗਰ ਗੱਲ ਕਰੀਏ ਤਾਂ 7 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਪਾਸਪੋਰਟ ਵਾਸਤੇ ਜੀ। ਪਰ ਉਹਦੇ ਵਾਸਤੇ ਤੁਹਾਨੂੰ ਗ੍ਰੀਕ ਲੈਂਗੁਏਜ ਆਉਣੀ ਬਹੁਤ ਜ਼ਰੂਰੀ ਹੈ। ਨਵੇਂ ਲਾਅ ਦੇ ਅਕੋਰਡਿੰਗ ਗ੍ਰੀਸ ਦੇ ਵਿੱਚ ਤੁਸੀਂ ਪਹਿਲਾਂ ਤੁਹਾਡਾ ਟੈਸਟ ਹੋਊਗਾ ਗ੍ਰੀਕ ਲੈਂਗੁਏਜ ਦਾ, ਜਿਵੇਂ ਆਪਾਂ ਆਇਲਸ ਦਾ ਐਗਜ਼ਾਮ ਦਿੰਦੇ ਆ ਜੀ। ਰੀਡਿੰਗ, Okay. ਰਾਈਟਿੰਗ, ਲਿਸਨਿੰਗ, ਸਪੀਕਿੰਗ, ਇਹ ਸਾਰੇ ਟੈਸਟ ਹੋਣਗੇ। ਤੇ ਫਿਰ 1000 ਕੁਐਸਚਨ, ਨੀਅਰ ਅਬਾਊਟ 1000 ਕੁਐਸਚਨ, 30 ਕੁਐਸਚਨ ਜਾਂ 40 ਕੁਐਸਚਨ ਪੁੱਛੇ ਜਾਂਦੇ ਆ। ਉਹਨਾਂ ਦੇ ਵਿੱਚੋਂ ਤੁਹਾਡੇ ਸਾਰੇ ਦੇ ਸਾਰੇ ਕੁਐਸਚਨ ਸਹੀ ਹੋਣਗੇ ਤਾਂ ਤੁਸੀਂ ਆਪਣੀ ਫਾਈਲ ਨੂੰ ਆ ਜਿਹੜੇ ਅੱਗੇ ਅਸੈਸ ਕਰ ਪਾਓਗੇ ਪੀਆਰ। ਇੱਕ ਬਾਈ ਜੀ, ਓਕੇ ਬਾਈ ਜੀ, ਠੀਕ ਆ। ਇੱਕ ਮੇਰਾ ਸਵਾਲ ਇਹ ਵੀ ਸੀ ਬਾਈ ਜੀ, ਜਿਵੇਂ ਹੁਣ ਕੈਨੇਡਾ ਦੇ ਵਿੱਚ ਪੀਆਰ ਹੋ ਗਿਆ, ਮੈਂ ਹੁਣ ਬੇਸ਼ੱਕ ਜਿਹੜੇ ਮਰਜ਼ੀ ਪ੍ਰੋਵਿੰਸ 'ਚ ਵਗ ਜਾ, ਹੁਣ ਤੁਹਾਡੇ ਕੋਲੇ ਪੀਆਰ ਹੈਗੇ, ਤੁਸੀਂ ਯੂਰਪ ਦੇ ਜਿਵੇਂ ਇਟਲੀ ਜਾ ਸਕਦੇ ਹੋ, ਸਪੇਨ ਜਾ ਸਕਦੇ ਹੋ, ਜੇ ਤੁਸੀਂ ਉੱਥੇ ਰਹਿਣਾ ਹੋਵੇ? ਨਹੀਂ, ਮੈਂ ਸਿਰਫ 5 ਸਾਲ ਇੱਥੇ ਕੰਟੀਨਿਊਸਲੀ ਕੰਮ ਕਰਾਂਗਾ, ਤਾਂ ਮੈਂ ਕਿਤੇ ਦੂਸਰੀ ਸ਼ੈਂਜਨ ਜ਼ੋਨ ਦੇ ਵਿੱਚ ਜਾ ਕੇ ਮੈਂ ਕੰਮ ਕਰ Okay, ਸਕਦਾ। ਕੰਡੀਸ਼ਨਸ ਨੇ okay. ਤੇ 5 ਸਾਲ ਇੱਥੇ ਮੈਨੂੰ ਰਹਿਣਾ ਪੈਣਾ ਜੀ। ਆਲਮੋਸਟ ਮੇਰੇ 2.5 ਸਾਲ ਹੋ ਗਏ। ਜੇ 2.5 ਸਾਲ ਹੋਰ ਕੰਮ ਕਰਦਾ ਤੇ 5 ਸਾਲ ਬਾਅਦ ਇੱਥੇ ਤੁਹਾਨੂੰ ਗ੍ਰੀਕ ਲੈਂਗੁਏਜ ਆਉਣੀ ਚਾਹੀਦੀ ਹੈ, ਤੇ ਉਹਦੇ ਥਰੂ ਤੁਹਾਨੂੰ ਐਪੀ ਮੈਕਰੋਨ ਕਾਰਡ ਕਹਿੰਦੇ ਆ ਇਹਨੂੰ, ਵੱਖਰਾ ਕਾਰਡ ਦਾ 5 ਸਾਲ ਦਾ। ਉਹਦੇ ਥਰੂ ਤੁਸੀਂ ਦੂਜੀਆਂ ਕੰਟਰੀਆਂ 'ਚ ਜਾ ਕੇ ਕੰਮ ਕਰ ਸਕਦੇ ਹੋ, ਮਤਲਬ ਉੱਥੇ Okay. ਰਹੋ, ਤੁਹਾਡੇ ਪੇਪਰ ਚੇਂਜ ਹੋ ਜਾਣਗੇ। ਹੁਣ ਅਗਲਾ ਸਵਾਲ ਬਾਈ ਇਹ ਆ ਵੀ ਹੁਣ ਉਹ ਤੋਂ ਬਾਅਦ ਬੰਦਾ ਜਦੋਂ ਵਗ ਜਾਂਦਾ, ਚਲੋ ਸੈੱਟ ਵੀ ਹੋ ਗਿਆ, ਫਿਰ ਪਰਿਵਾਰ ਨੂੰ ਬੁਲਾ ਸਕਦਾ ਕਿ ਨਹੀਂ? ਇਹ ਸਵਾਲ ਮੇਨ ਆ। ਪਰਿਵਾਰ ਨੂੰ, ਹਾਂਜੀ, ਜਿਵੇਂ ਦੇਖੋ ਮੈਂ ਆਪਣੀ ਮੰਮਾ ਨੂੰ ਬੁਲਾਇਆ ਜੀ। ਤੁਸੀਂ ਜਿਵੇਂ ਕੋਈ ਆਪਣੀ ਵਾਈਫ ਨੂੰ ਬੁਲਾਉਣਾ ਚਾਹੁੰਦਾ ਹੈ ਤੇ ਆਪਣੀ ਵਾਈਫ ਨੂੰ ਵੀ ਬੁਲਾ ਸਕਦਾ ਜੀ। ਟਾਈਪ ਡੀ ਵੀਜ਼ਾ ਮਿਲ ਜਾਂਦਾ ਤੁਹਾਨੂੰ, ਇੱਥੇ ਆ ਕੇ ਰੈਜ਼ੀਡੈਂਟ ਪਰਮਿਟ ਮਿਲ ਜਾਂਦਾ ਜੀ, ਤੇ ਉਹ ਬੁਲਾ ਸਕਦੇ ਈਜ਼ੀਲੀ ਜੀ।
ਓਕੇ ਓਕੇ, ਇਹ ਸਹੀ ਹੈ ਬਾਈ। ਤੇ ਬਾਈ ਤੁਹਾਨੂੰ ਹੋ ਗਏ ਇੱਥੇ 2.5 ਸਾਲ ਹੋ ਗਏ, ਤੁਹਾਨੂੰ ਕੀ ਲੱਗਦਾ ਵੀ ਇੱਥੇ ਤੁਹਾਡਾ ਫਿਊਚਰ, ਓਨੈਸਟਲੀ, ਵੀ ਤੁਹਾਡਾ ਫਿਊਚਰ ਬਹੁਤ ਵਧੀਆ ਜਾਂ ਹੁਣ ਤੱਕ ਦਾ ਟਾਈਮ ਕਿਵੇਂ, ਜੇ ਠੀਕ ਸੀ? ਠੀਕ ਆ ਓਨੈਸਟਲੀ? ਓਨੈਸਟਲੀ ਅਗਰ ਗੱਲ ਕਰੀਏ ਨਾ ਜੀ, ਇਹਦੇ 'ਚ ਫਿਊਚਰ ਨਹੀਂ ਹੈਗਾ ਜੀ। ਜਿਹੜਾ ਬੱਚਾ ਕਹਿੰਦਾ ਕਿ ਮੈਂ 50-60 ਹਜ਼ਾਰ ਰੁਪਇਆ ਕਮਾਨਾ, 70,000 ਰੁਪਇਆ ਕਮਾਨਾ, ਬਸ ਠੀਕ ਹੈ, ਮੇਰੇ ਵਾਸਤੇ ਇੰਨਾ ਬਹੁਤ ਹੈ। ਉਹਦੇ ਵਾਸਤੇ ਤਾਂ ਠੀਕ ਹੈ ਜੀ, ਚੰਗਾ ਹੈ ਜੀ। ਠੀਕ ਹੈ, ਜਿਹੜਾ ਬੰਦਾ ਇੱਕ ਚੰਗਾ, ਕਿਉਂਕਿ ਜਿਹੜਾ ਗ੍ਰੀਸ ਹੈ ਨਾ ਜੀ, ਉਹ ਐਜ਼ ਅ ਯੂਰਪ ਅਗਰ ਅਕਾਊਂਟਿੰਗ ਅਗਰ ਆਪਾਂ ਕਰੀਏ ਤਾਂ ਉਹਨਾਂ ਵਧੀਆ ਨਹੀਂ ਹੈਗਾ। ਜਿਵੇਂ ਤੁਸੀਂ ਜਰਮਨ 'ਚ ਲਾਈਫ ਦੇਖ ਸਕਦੇ ਹੋ, ਸਵੀਡਨ ਹੋ ਗਿਆ, ਠੀਕ ਹੈ ਜੀ, ਸਵਿਟਜ਼ਰਲੈਂਡ ਦੀ ਲਾਈਫ ਹੋ ਗਈ। ਉਹ ਯੂਰਪ ਜਿਹੜਾ ਨਾ, ਸੈਂਟਰ ਵਾਲਾ ਯੂਰਪ, ਗ੍ਰੀਸ, ਉਹਦੇ ਵਾਸਤੇ ਕੁਝ ਵੀ ਨਹੀਂ ਹੈ। ਉੱਥੇ ਲਾਈਫ ਹੈ, ਫਿਊਚਰ ਹੈ, ਪੈਸੇ ਹੈਗੇ ਨੇ, ਅਰਨਿੰਗ ਚੰਗੀ ਹੈ। ਇੱਥੇ ਅਰਨਿੰਗ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ, 700, 800, 850 ਯੂਰੋ, ਬਸ ਇੰਨੀ ਕੁ ਅਰਨਿੰਗ ਰਹਿਣੀ ਤੁਹਾਡੀ। ਬਿਲਕੁਲ, ਫਿਰ ਕਹਿ ਸਕਦੇ ਆ ਵੀ ਜਿਹੜੇ ਵੀਰ ਮੇਰੇ ਚਲੋ ਫਿਲੀਪੀਅਨ ਜਾਂ ਹੋਰ ਆਸੇ ਤੱਕ ਖਾਂਦੇ, ਉਹਨਾਂ ਲਈ ਵਧੀਆ ਇੱਥੇ ਆ ਜਾਣਾ, ਹਾਂਜੀ ਹਾਂਜੀ, ਉਹਨਾਂ ਵਾਸਤੇ ਹਨਾ? ਠੀਕ ਹੈ ਜੀ। ਇਹਨਾਂ ਦੇ ਹਾਂ, ਬੰਦੇ ਉਹਨਾਂ ਵਾਸਤੇ ਜਿਵੇਂ ਥਾਈਲੈਂਡ ਵੀ ਵਗ ਜਾਂਦੇ ਮੇਰੇ ਵੀਰ ਬਹੁਤੇ, ਜਿੱਦਾਂ ਇੱਥੇ ਠੀਕ ਆ। ਉਹਨਾਂ ਵਾਸਤੇ ਠੀਕ ਹੈ, ਬਿਲਕੁਲ ਜੀ। ਓਕੇ ਓਕੇ, ਸੋ ਕੁੱਲ ਮਿਲਾ ਕੇ ਹੁਣ ਤੱਕ ਵੀ ਤੁਹਾਨੂੰ ਇਹ ਵੀ ਡਿਸੀਜਨ ਇਹ ਵੀ ਨਹੀਂ ਸੀ ਤੁਹਾਡਾ ਗਲਤ ਕਿਤੇ ਨਾ ਕਿਤੇ, ਤੁਸੀਂ ਫਿਰ ਇੰਡੀਆ ਨਾਲ ਤਾਂ ਚਲੋ ਆਪਾਂ ਇੱਥੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਮੈਂ, ਅਸੀਂ ਕੰਟਰੀਆਂ ਦਾ ਕੰਪੈਰੀਜ਼ਨ ਨਹੀਂ, ਸਿਸਟਮ ਦਾ ਕੰਪੈਰੀਜ਼ਨ ਕਰਦੇ ਹਾਂ ਵੀ ਬਿਲਕੁਲ ਇੰਡੀਆ ਨਾਲੋਂ ਤਾਂ ਸੌਖੀ ਹੋ। ਹਾਂਜੀ, ਇੰਡੀਆ ਨੂੰ ਦੇਖੋ, ਇੰਡੀਆ 'ਚ ਆਪਾਂ ਕੰਮ ਕਰਦਾ ਹੁੰਦਾ, ਸ਼ਾਇਦ ਮੈਂ ਉੱਥੇ ਕਿ 15-20 ਹਜ਼ਾਰ 25 ਹਜ਼ਾਰ ਕਮਾਉਂਦਾ ਹੁੰਦਾ, ਤੇ ਹਾਂ ਇੱਕ ਚੰਗੇ ਤੋਂ ਆਪਣੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕਰਨਾ ਜੀ, 8 ਘੰਟੇ ਕੰਮ ਕਰਨਾ ਜੀ, ਤੇ ਆਪਦਾ ਵਧੀਆ ਨੀਅਰ ਅਬਾਊਟ ਵਾਹਿਗੁਰੂ ਦੀ ਕਿਰਪਾ ਨਾਲ ਲੱਖ ਰੁਪਏ ਦੇ ਨੇੜੇ ਪਹੁੰਚ ਜੀਦਾ ਜੀ। ਸੋ ਓਕੇ, ਇਨਫ ਹੈ। ਤੁਸੀਂ ਕੰਮ ਕੀ ਕਰਦੇ ਹੋ ਭਾਈ, ਇਹ ਵੀ ਦੱਸੋ ਮਾੜਾ ਜਿਹਾ ਫਿਰ। ਮੇਰਾ ਵੀਰੇ ਟੈਲੀ ਪਰਫਾਰਮੈਂਸ ਹੈ ਜੀ, ਫੇਸਬੁੱਕ ਹੁੰਦੇ ਜੀ, ਫੇਸਬੁੱਕ 'ਚ ਕੰਮ ਕਰਦਾ ਮੈਂ ਜੀ। ਓਕੇ, ਫੇਸਬੁੱਕ 'ਚ ਕੰਮ ਕਰਦੇ ਹੋ, ਠੀਕ ਆ, ਚਲੋ ਵਧੀਆ ਬਾਈ, ਗੁੱਡ ਜੌਬ ਆ। ਤੇ ਫਿਰ ਵਿਆਹ ਹੋ ਗਿਆ? ਹਾਂਜੀ ਹਾਂਜੀ, ਮੈਰਿਜ ਹੋਈ ਹੈ ਲਾਸਟ ਈਅਰ ਜੀ, ਇੱਥੇ ਹੀ ਕੀਤੀ ਹੈ ਗ੍ਰੀਸ 'ਚ। ਓਕੇ, ਇੱਥੇ ਹੀ ਕੀਤੀ ਆ। ਤਾਂ ਸਿਟੀਜ਼ਨ ਬਾਈ, ਜਿਹੜਾ ਸਿਟੀਜ਼ਨ ਹੁਣ ਜੇ ਆਪਾਂ ਗ੍ਰੀਸ ਬੋਰਨ ਕੁੜੀ ਨਾਲ ਕਰਾਉਣੇ ਆ ਜਾਂ ਇੰਡੀਅਨ ਨੂੰ ਛੱਡ ਕੇ, ਮਤਲਬ ਵੀ ਜਾਂ ਸਿਟੀਜ਼ਨ ਨਾਲ ਕਰਾਉਣੇ ਤਾਂ ਆਪਾਂ ਹੋ ਜਾਂਦੇ ਸਿਟੀਜ਼ਨ ਨਾਰਮਲੀ ਬਾਕੀ ਮੁਲਕਾਂ ਵਾਂਗੂ? ਹਾਂਜੀ ਹਾਂਜੀ, ਜੇ ਤੁਸੀਂ ਇਹਨਾਂ ਦੀ ਕੁੜੀ ਨਾਲ ਵਿਆਹ ਕਰਾਉਂਦੇ ਹੋ ਤਾਂ 3 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਪਾਸਪੋਰਟ ਵਾਸਤੇ ਜੀ। ਬਟ ਉਹਦੇ 'ਚ ਓਕੇ ਇੰਟਰਵਿਊ ਵਗੈਰਾ ਤੁਹਾਨੂੰ ਪਤਾ ਬਹੁਤ ਆਉਂਦੀਆਂ ਨੇ, ਤੇ ਉਦਾਂ ਦੇ ਕੁਐਸਚਨ ਵੀ ਬੜੇ ਪੁੱਛੇ ਜਾਂਦੇ ਆ ਕਿ ਲਾਈਕ ਇੰਟਰਨਲ ਕੁਐਸਚਨ ਜਿਹੜੇ ਤੁਸੀਂ ਸਮਝ ਸਕਦੇ ਹੋ ਪੁੱਛੇ ਜਾਂਦੇ ਆ ਕਿ ਤੁਸੀਂ ਲਾਈਕ ਤੁਹਾਨੂੰ ਕਿੱਦਾਂ ਜਾਣਕਾਰੀ ਹੋਈ, ਕਿਵੇਂ ਮਿਲੇ, ਪੂਰਾ ਪ੍ਰੂਫ 3 ਮਤਲਬ ਸਾਲ ਦਾ। ਪੂਰਾ, ਓਕੇ ਓਕੇ ਹਾਂਜੀ, ਓਕੇ ਉਸ ਤੋਂ ਓਕੇ, ਬਾਅਦ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ। ਜੇ ਬਾਈ ਗ੍ਰੀਸ 'ਚ ਹੀ ਬੰਦੇ ਨੇ ਫਿਊਚਰ ਬਣਾਉਣਾ ਹੋਵੇ, ਕੀ ਕਰਨਾ ਚਾਹੀਦਾ? ਬਿਜ਼ਨਸ ਵਾਲੇ ਪਾਸੇ ਜਾਣਾ ਚਾਹੀਦਾ? ਕਿਵੇਂ ਦਾ ਬਿਜ਼ਨਸ ਹੈ ਇੱਥੇ, ਤੇ ਆਪਣੀ ਕਮਿਊਨਿਟੀ ਕਿੰਨੀ ਕੁ ਹੈ? ਇਹ ਮੇਰੇ 2-3 ਸਵਾਲ ਵੀ ਦੱਸ ਦਿਓ ਮਾੜਾ ਜਿਹਾ। ਜੇ ਬੱਚਾ ਸੋਚੇ ਕਿ ਮੈਂ ਗ੍ਰੀਸ 'ਚ ਹੀ ਰਹਿਣਾ ਚਾਹੁੰਦਾ ਜੀ, ਤੇ ਉਹ ਬਿਜ਼ਨਸਮੈਨ ਹੀ ਚੰਗਾ ਹੈ ਜੀ। ਤੇ ਜੇ ਜੌਬ ਓਕੇ ਤੇ ਰਹੇਗਾ ਬੰਦਾ ਕਿ ਸਾਰੀ ਉਮਰ ਮੈਂ ਕਹਾਂ ਕਿ ਮੈਂ ਜੌਬ ਹੀ ਕਰ ਲਾਂ ਜੀ, ਫਿਰ ਤੁਹਾਡੇ ਕੋਲ ਉਹੀ ਪੈਸੇ ਨੇ ਜੀ, 700, 800, 1000 ਯੂਰੋ, ਬਸ ਜ਼ਿਆਦਾ ਤੋਂ ਓਕੇ ਜ਼ਿਆਦਾ। ਓਕੇ ਜੇ ਤੁਹਾਨੂੰ ਪੂਰੀ ਲੈਂਗੁਏਜ ਆ ਗਈ ਤਾਂ 1000 ਯੂਰੋ ਕਮਾ ਲਓਗੇ ਤੁਸੀਂ। ਪਰ ਜੇ ਓਕੇ ਬਿਜ਼ਨਸ 'ਚ ਜਾਂਦੇ ਹੋ ਤੁਸੀਂ, ਪੈਸਾ ਲਾ ਕੇ ਖਰਚ ਕਰਕੇ ਜੀ, ਫਿਰ ਤੁਸੀਂ ਇੱਕ ਚੰਗੀ ਡੀਸੈਂਟ ਅਮਾਊਂਟ ਜਿਹੜੀ ਆਪਾਂ ਕਹਿੰਦੇ ਆ ਉਹ ਕਮਾ ਲੈਂਦਾ ਹੁੰਦਾ ਜੀ। ਕਿਉਂਕਿ ਫਿਰ ਫੈਮਲੀਆਂ ਵਗੈਰਾ ਸੈੱਟ ਹੋ ਜਾਂਦੀਆਂ ਨੇ, ਤੇ ਲਾਈਫ ਤੁਹਾਡੀ ਸੌਖੀ ਹੋ ਜਾਂਦੀ ਹੈ, ਈਜ਼ੀ ਹੋ ਜਾਂਦਾ ਥੋੜਾ ਜਿਹਾ। ਤੇ ਕਿਵੇਂ ਬਾਈ ਕਮਿਊਨਿਟੀ ਆਪਣੀ ਕਿੰਨੀ ਕੁ ਆ, ਤੇ ਜਿਹੜੀ ਹੈਗੀ ਆ ਉਹ ਕਿਹੜੇ ਪਾਸੇ ਜ਼ਿਆਦਾ ਮਤਲਬ ਕਿ ਟਾਰਗੇਟ ਆ ਉਹਦਾ ਬਿਜ਼ਨਸ? ਆਪਣੀ ਕਮਿਊਨਿਟੀ ਆਲਮੋਸਟ ਸਾਰੇ ਹੀ ਇੱਥੇ ਮੈਂ ਆਪਣੀ ਕਮਿਊਨਿਟੀ ਵਾਸਤੇ ਜਿਹੜੀ ਚੀਜ਼ ਹੈਗੀ ਹੈ ਜੀ, ਮੈਂ ਥੋੜਾ ਜਿਹਾ ਬੈਡ ਫੀਲ ਕਰਦਾ ਜੀ, ਕਿਉਂਕਿ ਬੈਡ ਫੀਲ ਕਰਨ ਦਾ ਮਤਲਬ ਇਹ ਹੈ ਕਿ ਸੌਰੀ, ਇੱਥੇ ਮੈਂ ਆਪਣੀ ਕੋਈ ਗੱਲ ਕਮਿਊਨਿਟੀ ਨਹੀਂ, ਨੂੰ ਕਰਦਾ ਥੋੜਾ ਜਿਹਾ, ਕਿਉਂਕਿ ਆਪਣੀ ਕਮਿਊਨਿਟੀ ਕੋਲ ਇੱਥੇ ਪੇਪਰ ਨਹੀਂ ਹੈਗੇ ਜੀ। 100 ਦੇ ਵਿੱਚੋਂ ਓਕੇ ਵੱਧ ਤੋਂ ਵੱਧ 30 ਤੋਂ 40% ਆਪਣੇ ਬੰਦੇ ਜਿਹੜੇ ਹੋਣਗੇ, ਜਿਹੜੇ ਪੁਰਾਣੇ ਆਏ ਆ, ਜਿਨ੍ਹਾਂ ਕੋਲ ਪੇਪਰ ਨੇ ਜੀ। ਆਲਮੋਸਟ ਯੰਗਸਟਰ ਜਿੰਨਾ ਵੀ ਹੈ ਸਾਰਾ ਹੀ ਇਲੀਗਲ ਹੈ ਜੀ, ਕਿਉਂਕਿ ਗਲਤ ਏਜੰਟਾਂ ਦੇ ਹੱਥ ਚੜ ਜਾਂਦੇ ਨੇ। ਉਸ ਤੋਂ ਬਾਅਦ ਇਹ ਕਿ ਇੱਥੇ ਆ ਕੇ ਰਿਫਿਊਜੀਆਂ ਅਸਾਈਲਮ ਲੈਂਦੇ ਆ ਜੀ, ਤੇ ਖੇਤੀਬਾੜੀ ਦਾ ਹੀ ਕੰਮ ਕਰਦੇ ਆ ਜਾਂ ਫੈਕਟਰੀਆਂ 'ਚ ਕੰਮ ਕਰਦੇ ਆ ਬਸ। ਜੇ ਕੋਈ ਸਕਸੈਸਫੁਲ ਆ ਗ੍ਰੀਸ ਦੇ ਵਿੱਚ, ਉਹ ਕਿਹੜੇ ਕੰਮ 'ਚ ਹੋਇਆ ਜੇ ਕੋਈ ਪਤਾ ਉਹ ਚੱਲਿਆ? ਹੋਇਆ ਰੈਸਟੋਰੈਂਟ ਦੇ ਵਿੱਚ ਜਾਂ ਰੈਸਟੋਰੈਂਟ ਦਾ ਕੰਮ ਬਹੁਤ ਵਧੀਆ ਜੀ, ਤੇ ਇੱਕ ਗਰੋਸਰੀ ਸਟੋਰ ਦਾ ਕੰਮ ਵਧੀਆ ਜੀ। ਗਰੋਸਰੀ ਸਟੋਰ ਦਾ? ਓਕੇ ਓਕੇ। ਹਾਂਜੀ, ਮੰਥਲੀ ਖਰਚਾ ਇੱਕ ਪਰਿਵਾਰ ਦਾ ਤੁਹਾਡਾ, ਜਿੱਦਾਂ ਤੁਹਾਡਾ ਹੀ ਲਾ ਲਓ, ਚਲੋ ਕਿੰਨਾ ਕੁ ਆ ਜਾਂਦਾ ਬਾਈ? 400 ਹੁਣ ਯੂਰੋ, ਦੇਖੋ, 500? ਲਾਈਕ ਅਗਰ ਆਪਾਂ ਹਸਬੈਂਡ ਵਾਈਫ ਹੈਗੇ ਆ, ਠੀਕ ਹੈ, 2 ਜਣੇ ਆ ਜੀ, ਤੇ ਤੁਸੀਂ 300 ਯੂਰੋ ਤੁਹਾਡੇ ਘਰ ਦਾ ਰੈਂਟ ਹੋ ਗਿਆ ਜੀ। ਐਂਡ ਹਾਂਜੀ ਪਲੱਸ ਤੁਹਾਡੇ ਲਾਈਕ ਕੋਈ ਇਲੈਕਟ੍ਰਿਸਿਟੀ ਹੋ ਗਿਆ, ਵਾਟਰ ਬਿੱਲ ਹੋ ਗਿਆ, ਜਾਂ ਕਲੀਨਿੰਗ ਖਰਚੇ ਹੋ ਗਏ, ਤੁਸੀਂ ਇਹ ਹਾਂਜੀ 350, ਪੌਣੇ ਕੁ 400 ਤੱਕ ਪੈ ਜਾਂਦਾ, ਪੌਣੇ ਕੁ 400 ਰੁਪਇਆ ਇਹ ਲਗਾ ਦਿਓ। ਤੇ ਖਾਣ ਪੀਣ ਦਾ ਖਰਚਾ ਗਰੋਸਰੀ ਜੇ ਘਰੇ ਹੀ ਕਰਦੇ ਹੋ ਤਾਂ 100 ਯੂਰੋ ਲਾ ਦਿਓ, ਮਤਲਬ ਆਲਮੋਸਟ 500 ਯੂਰੋ ਜੀ। ਓਕੇ ਓਕੇ। ਸੋ ਕੁੱਲ ਮਿਲਾ ਕੇ ਸਹੀ ਆ, ਮਤਲਬ ਠੀਕ ਆ, ਕੋਈ ਨਾ ਅਫੋਰਡੇਬਲ ਆ। ਤੇ ਬਾਈ ਜੀ ਹੁਣ ਬਾਈ ਜੀ ਸਾਰੇ ਦੇਖ ਰਹੇ ਹੋਣਗੇ, ਤੇ ਬਾਈ ਜੀ ਦਾ ਚੈਨਲ ਆ ਗ੍ਰੀਸ ਦੇ ਰਿਗਾਰਡਿੰਗ, ਪਹਿਲੇ ਬਾਈ ਪੰਜਾਬੀ ਬਲੌਗਿੰਗ ਕਰਦੇ ਆ ਗ੍ਰੀਸ ਬਾਰੇ, ਜੋ ਨੌਲੇਜ, ਵੀਜ਼ਿਆਂ ਬਾਰੇ, ਟਰੈਵਲ ਬਾਰੇ। ਮਾੜਾ ਜਿਹਾ ਚੈਨਲ ਬਾਰੇ ਨਾਮ ਤੇ ਸਾਰਾ ਦੱਸ ਦਿਓ ਵੀ ਕਦੋਂ ਬਣਾਇਆ ਸੀ ਤੇ ਕੀ ਇਹਦੇ 'ਚ ਪਾਉਣੇ ਹੋ? ਹਾਂਜੀ, ਮੈਂ ਐਕਚੁਅਲੀ ਇਸ ਚੀਜ਼ ਤੋਂ ਮੈਂ ਚੈਨਲ ਤਾਂ ਬਣਾਇਆ ਸੀ ਜੀ, ਕਿਉਂਕਿ ਆਪਣੀ ਇੱਕ ਗਾਈਡੈਂਸ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਘਰ ਬਹਿ ਕੇ ਵੀ ਆਪਣੇ ਵੀਜ਼ੇ ਜਿਹੜੇ ਅਪਲਾਈ ਕਰ ਸਕਦੇ ਹੋ। ਤੇ ਮੇਰੇ ਚੈਨਲ ਦਾ ਨਾਮ ਹੈ ਮਿਸਟਰ ਸਿੰਘ ਜੀ, ਠੀਕ ਹੈ, ਮਿਸਟਰ ਸਿੰਘ ਵਿਦਆਊਟ ਗ੍ਰੀਸ ਸਪੇਸ। ਪਾ ਲਿਓ, ਬਾਕੀ ਲਿੰਕ ਡਿਸਕ੍ਰਿਪਸ਼ਨ 'ਚ ਪਾ ਦੂੰ, ਕਲਿੱਕ ਕਰੋਗੇ ਤਾਂ ਉੱਥੇ ਪਹੁੰਚ ਜਾਓਗੇ।
ਮਿਲ ਜਾਏਗਾ ਤੁਹਾਨੂੰ। ਮਿਸਟਰ ਸਿੰਘ ਗ੍ਰੀਸ ਪਾਲਣਗੇ ਤਾਂ ਮੇਰੇ ਟੌਪ ਤੇ ਹੀ ਆਊਗਾ ਜੀ। ਤੇ ਇਹਦੇ ਤੇ ਮੈਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਤੇ ਵਰਕ ਵੀਜ਼ਾ ਦੀ ਇਨਫੋਰਮੇਸ਼ਨ ਦੇਣਾ ਜੀ, ਕਿ ਤੁਸੀਂ ਆਪਣੇ ਵੀਜ਼ੇ ਘਰ ਬਹਿ ਕੇ ਵੀ ਅਪਲਾਈ ਕਰ ਸਕਦੇ ਹੋ। ਇਹ ਤਾਂ ਚੱਲਣਾ ਸ਼ੁਰੂ ਕੀਤਾ ਸੀ ਕਿਉਂਕਿ ਮੈਂ ਏਜੰਟਾਂ ਦੇ ਧੱਕੇ ਚੜਿਆ ਤੇ ਮੈਨੂੰ ਜੋ ਲਾਸ ਹੋਇਆ, ਤੇ ਫਿਰ ਮੈਂ ਆਪਣੇ ਆਪ ਸਟੱਡੀ ਕੀਤੀ ਤੇ ਮੈਂ ਆਪਣੇ ਆਪ ਬਹੁਤ ਕੰਟਰੀਆਂ ਘੁੰਮਿਆ, ਫਿਰ ਆਪਣੇ ਆਪ ਹੀ ਵੀਜ਼ੇ ਅਪਲਾਈ ਕੀਤੇ ਸਾਰੇ ਜੀ। ਤੇ ਬੜੇ ਬੱਚਿਆਂ ਨੇ ਮੇਰੇ YouTube ਚੈਨਲ ਤੋਂ ਹੈਲਪ ਮਿਲਦੀ ਹੈ ਉਹਨਾਂ ਨੂੰ ਜੀ। ਓਕੇ ਜਿੰਨੇ ਮੇਰੇ ਵੀਰ ਨੇ ਬਾਈ ਦੇ ਮੀਡੀਆ ਲਿੰਕ ਥੱਲੇ ਡਿਸਕ੍ਰਿਪਸ਼ਨ, ਜਿਹੜੇ ਮੇਰੇ ਵੀਰ ਆਉਣ ਦੇ ਚਾਹਵਾਨ ਨੇ। ਤੇ ਬਾਈ ਜੀ ਲਾਸਟ ਕੁਐਸਚਨ ਇਹੀ ਹੋਊਗਾ ਮੇਰਾ, ਨੈਗੇਟਿਵ ਚਲੋ ਹਰੇਕ ਪੋਜ਼ਿਟਿਵ ਵੀ ਹੁੰਦਾ, ਕੁਝ ਕੁ ਨੈਗੇਟਿਵ ਗੱਲਾਂ ਤੁਹਾਨੂੰ ਲੱਗੀਆਂ ਹੋਣ ਵੀ ਹਾਂ ਉਹ ਹੈਗੀਆਂ ਨੇ ਥੋੜੀਆਂ ਜੀ? ਬਿਲਕੁਲ ਜੀ, ਮੈਂ ਤੁਹਾਨੂੰ ਨਾ ਇੱਕ ਦੱਸਦਾ ਤੁਹਾਨੂੰ ਗ੍ਰੀਸ ਦਾ ਜੀ, ਇਹ ਤੁਹਾਡੇ ਚੈਨਲ ਦੇ ਥਰੂ ਇਹ ਪੰਜਾਬੀਆਂ ਤੱਕ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਆਪਣੇ ਪੰਜਾਬੀਆਂ ਦੇ ਦਿਲ 'ਚ ਹੈ ਕਿ ਸਾਨੂੰ ਤਾਂ ਪੰਜਾਬ 'ਚੋਂ ਬਾਹਰ ਕੱਢ ਦਿਓ, ਜਿਵੇਂ ਮਰਜ਼ੀ ਕੱਢ ਦਿਓ। ਤੇ ਜਦੋਂ ਏਜੰਟਾਂ ਕੋਲ ਜਾਂਦੇ ਨੇ, ਗ੍ਰੀਸ ਦਾ ਨਾਂ ਲੈਂਦੇ ਏਜੰਟਾਂ ਕੋਲ ਜਾ ਕੇ ਜੀ, ਏਜੰਟ ਕੀ ਕਹਿੰਦੇ ਆ ਉਹਨਾਂ ਨੂੰ, ਤੁਹਾਨੂੰ ਅਸੀਂ ਗ੍ਰੀਸ ਪਹੁੰਚਾ ਦਾਂਗੇ ਵਰਕ ਵੀਜ਼ੇ ਤੇ ਜੀ। ਪਰ ਜਦੋਂ ਕਹਿੰਦੇ ਆ ਨਾ ਕਿ ਵਰਕ ਵੀਜ਼ੇ ਤੇ ਜਦੋਂ ਪਹੁੰਚਣ ਦੀ ਤਿਆਰੀ ਹੁੰਦੀ ਹੈ, ਉਹ ਜਾਂਦੇ ਦੁਬਾਰਾ ਦੁਬਈ, ਦੁਬਈ ਤੋਂ ਬਾਅਦ ਸਰਬੀਆ, ਸਰਬੀਆ ਤੋਂ ਬਾਅਦ ਉਹ ਗ੍ਰੀਸ ਐਂਟਰ ਕਰਾਉਂਦੇ ਆ ਜੀ। ਠੀਕ ਹੈ ਜੀ, ਇੱਕ ਤਾਂ ਹੋ ਗਿਆ ਇਹ ਸਾਰਿਆਂ ਨਾਲੋਂ ਝੂਠ ਬੋਲਦੇ, ਇਹ ਚੀਜ਼ ਝੂਠ ਹੈ ਜੀ। ਜਿਹੜਾ ਬੰਦਾ ਏਜੰਟ, ਜਿਹੜਾ ਵੀ ਏਜੰਟ ਕਿਸੇ ਬੱਚੇ ਨੂੰ ਕਹਿ ਰਿਹਾ ਨਾ ਕਿ ਮੈਂ ਤੈਨੂੰ ਗ੍ਰੀਸ ਪਹੁੰਚਾ ਦਾਂਗਾ ਵਾਇਆ ਸਰਬੀਆ ਤੇ ਤੁਸੀਂ ਉੱਥੇ ਜਾ ਕੇ ਵਰਕ ਵੀਜ਼ਾ ਅਪਲਾਈ ਕਰ ਲਓਗੇ, ਇਹ 110% ਝੂਠ ਹੈ ਜੀ। ਇਹ ਜਿੱਥੇ ਮਰਜ਼ੀ ਮੇਰੇ ਕੋਲ ਕੋਰੇ ਕਾਗਜ਼ ਤੇ ਵੀ ਲਿਖਾ ਲੈਣ ਤਾਂ ਵੀ ਮੈਂ ਸਾਈਨ ਕਰਨ ਨੂੰ ਵੀ ready। ਦੂਸਰੀ ਥਿੰਗ ਜੀ, ਦੂਸਰੀ ਏਜੰਟ ਕੀ ਕਹਿੰਦੇ ਆ, ਤੁਸੀਂ ਗ੍ਰੀਸ ਪਹੁੰਚ ਕੇ ਤੁਹਾਨੂੰ ਅਸੀਂ ਪੁਰਤਗਾਲ ਪਹੁੰਚਾ ਦਾਂਗੇ ਜੀ ਵਾਇਆ ਸਰਬੀਆ ਜੀ। ਇਹ ਵੀ 110% ਸਾਰੇ ਵੀ ਝੂਠ ਹੈ ਜੀ। ਗ੍ਰੀਸ ਤੋਂ ਵਿੱਚੋਂ ਡੰਕੀ ਲਾਣਾ ਬਹੁਤ ਔਖਾ ਹੈਗਾ। ਇਹ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਮੈਸੇਜ ਦੇਣਾ ਚਾਹੁੰਦਾ ਸੀ ਜੀ। ਠੀਕ ਹੈ, 100 ਦੇ ਵਿੱਚ ਲੱਗਦੀਆਂ ਜ਼ਰੂਰ ਨੇ ਜੀ। ਕਿਸੇ ਦੇ ਪੇਪਰਾਂ ਤੇ ਜੇ ਸ਼ਕਲ ਮੈਚ ਕਰਦੀ ਹੈ ਮਾੜੀ ਮੋਟੀ ਤਾਂ ਹਾਂ, ਇੱਕ ਟਰਾਈ 'ਚ ਲੰਘ ਗਿਆ, ਦੂਜੀ 'ਚ ਲੰਘ ਗਿਆ, ਤੀਜੀ 'ਚ ਲੰਘ ਗਿਆ, ਬਟ 100 ਦੇ ਵਿੱਚ ਹਾਂਜੀ ਜੁਗਾੜ ਹੈ ਜੀ। 85% ਸਕਸੈਸ ਰੇਟ ਨਹੀਂ ਹੈਗਾ, ਸਿਰਫ 10 ਤੋਂ 15% ਹੈ ਜਿਹੜੇ ਬੱਚੇ ਨਿਕਲ ਜਾਂਦੇ ਨੇ। ਉਸ ਤੋਂ ਬਾਅਦ ਹੈ ਕਿ ਬੱਚਿਆਂ ਨੂੰ ਹਮੇਸ਼ਾ ਇਹੀ ਕਹਿੰਦੇ ਆ ਕਿ ਤੁਸੀਂ ਵਾਇਆ ਸਰਬੀਆ ਤੁਹਾਨੂੰ ਅਸੀਂ ਲਾ ਦਾਂਗੇ, ਉੱਥੇ ਜਾ ਕੇ ਤੁਹਾਡੇ ਪੇਪਰ ਬਣ ਜਾਣਗੇ, ਵਰਕ ਵੀਜ਼ਾ ਮਿਲ ਜੂਗਾ ਤੁਹਾਨੂੰ, 2 ਸਾਲ ਦਾ ਮਿਲ ਗਿਆ, ਸਾਲ ਦਾ ਮਿਲ ਗਿਆ। ਉਹ ਵਰਕ ਵੀਜ਼ਾ ਜਿਹੜਾ ਏਜੰਟ ਕਹਿੰਦੇ ਨੇ ਉਹਨੂੰ ਰਿਫਿਊਜੀ ਤੇ ਸਾਈਲਮ ਕਿਹਾ ਜਾਂਦਾ ਇੱਥੇ ਜੀ। ਠੀਕ ਹੈ ਜੀ, ਕਿਉਂ ਉਹ ਗ੍ਰੀਸ ਦੇ ਵਿੱਚ ਅਗਰ ਤੁਸੀਂ ਇਲੀਗਲ ਤਰੀਕੇ ਨਾਲ ਆਉਂਦੇ ਹੋ ਤਾਂ ਤੁਸੀਂ ਇੱਥੇ 7 ਸਾਲ ਰਹਿ ਕੇ 7 ਸਾਲ ਦੇ ਪ੍ਰੂਫ ਇਕੱਠੇ ਕਰਨ ਤੋਂ ਬਾਅਦ ਆਫਟਰ 7 ਈਅਰ ਤੁਸੀਂ ਲਾਈਕ ਰੈਜ਼ੀਡੈਂਟ ਪਰਮਿਟ ਅਪਲਾਈ ਕਰਨ ਜੋਗੇ ਹੋ ਜਾਂਦੇ ਹੋ, ਪੱਕੇ ਹੋਣ, ਮਤਲਬ ਪੱਕੇ ਪੇਪਰ ਕਹਿ ਦਾਂਗੇ ਆਪਾਂ ਪੰਜਾਬੀ 'ਚ। 7 ਸਾਲ ਬਾਅਦ ਜੇ ਤੁਹਾਡੇ ਕੋਲ ਕੰਟੀਨਿਊਸਲੀ 7 ਸਾਲ ਦਾ ਐਕਸਪੀਰੀਅੰਸ ਹੈਗਾ, ਇੱਥੇ ਕੰਮ ਕੀਤਾ, ਟੈਕਸ ਪੇ ਕੀਤਾ, 7 ਸਾਲ ਦੇ ਪੂਰੇ ਪ੍ਰੂਫ ਦੇ ਕੇ ਤੁਸੀਂ ਇੱਥੋਂ ਦਾ ਰੈਜ਼ੀਡੈਂਟ ਪਰਮਿਟ ਅਪਲਾਈ ਕਰ ਸਕਦੇ ਹੋ। ਤੇ ਗ੍ਰੀਸ ਦੇ ਵਿੱਚ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਟਾਈਪ ਸੀ ਵੀਜ਼ਾ, ਜਿਹਨੂੰ ਆਪਾਂ ਸ਼ੈਂਜਨ ਵੀਜ਼ਾ ਕਹਿੰਦੇ ਆ, ਤੇ ਟਾਈਪ ਡੀ ਵੀਜ਼ਾ ਜਿਹੜਾ ਡਾਇਰੈਕਟਲੀ ਆਪਾਂ ਨੂੰ ਵਰਕ ਵੀਜ਼ੇ ਵਾਸਤੇ ਮਿਲਦਾ ਹੈ ਜੀ। ਸਿਰਫ 2 ਹੀ ਵੀਜ਼ੇ ਨੇ ਜੀ ਬਸ। ਓਕੇ ਚਲੋ ਬਾਈ ਜੀ, ਬਾਕੀ ਬਹੁਤ ਵੱਡੀ ਵੀਡੀਓ ਨਹੀਂ ਬਣਾਉਣੀ ਆਪਾਂ, ਬਸ ਆਹੀ ਹੈ ਜਿਹੜੇ ਮੇਰੇ ਵੀਰਾਂ ਨੂੰ ਨੌਲੇਜ ਚਾਹੀਦੀ ਬਾਈ ਦੇ ਚੈਨਲ ਤੇ ਜਾਣ, ਤੇ ਜਿਹੜੇ ਮੇਰੇ ਵੀਰ ਕਿਤੇ ਨਹੀਂ ਬਣਿਆ, ਚਲੋ ਫਿਲੀਪੀਨ ਜਾਂ ਹੋਰ ਜਿੱਥੇ 30-35 ਹਜ਼ਾਰ ਮਹੀਨੇ ਦਾ ਬਣਦਾ, ਉੱਥੋਂ ਛੱਡ ਕੇ ਆਹ ਮੁਲਕ ਟਰਾਈ ਕਰ ਲੈਣ, ਮੇਰੀ ਵੱਲੋਂ ਤਾਂ ਇਹੀ ਸੁਜੈਸ਼ਨ ਹੈ। ਬਾਕੀ ਨੈਗੇਟਿਵ ਪੋਜ਼ਿਟਿਵ ਸਾਰਿਆਂ ਦੇ ਹੁੰਦੇ ਆ। ਥੈਂਕ ਯੂ ਵੀਰੇ, ਬਹੁਤ ਤੁਹਾਡਾ ਟਾਈਮ ਦੇਣ ਦੇ ਲਈ। ਥੈਂਕ ਯੂ ਵੀਰੇ ਤੁਹਾਡੇ ਟਾਈਮ ਦਾ। ਬਸ ਮੇਨ ਜਿਹੜਾ ਮੇਰੇ 2 ਪੁਆਇੰਟ ਸੀ ਨਾ ਉਹ ਮੈਂ ਕਲੀਅਰ ਕਰਤੇ ਜੀ, ਕਿਉਂਕਿ ਏਜੰਟ ਬਹੁਤ ਜਿਹੜਾ ਇਹਨਾਂ ਨੂੰ ਨਾ ਗੁੰਮਰਾਹ ਕਰਦੇ ਆ ਜੀ। ਤੇ ਇੱਕ ਹੈਗਾ ਕਰਦਾ ਜੀ, ਇੱਥੇ ਗ੍ਰੀਸ ਦੇ ਵਿੱਚ ਨਾ ਬੜੀਆਂ ਫੈਮਲੀਆਂ ਨੇ ਆਪਣੀਆਂ ਬੜੀਆਂ ਪੁਰਾਣੀਆਂ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਦੇਗਾ ਜੀ, ਕਿ ਜਿੰਨੀਆਂ ਵੀ ਗ੍ਰੀਸ ਦੇ ਵਿੱਚ ਫੈਮਿਲੀ ਮੈਂਬਰ ਹੈਗੇ ਨੇ ਤੇ ਉਹ ਆਪਣੇ ਫੈਮਿਲੀ ਮੈਂਬਰ ਨੂੰ ਅਗਰ ਬੁਲਾਉਣਾ ਚਾਹੁੰਦੇ ਆ ਤੇ ਉਹ ਬੁਲਾ ਸਕਦੇ ਆ। ਉਹਨਾਂ ਕੋਲ ਰੈਜ਼ੀਡੈਂਟ ਪਰਮਿਟ ਹੋਣਾ ਚਾਹੀਦਾ, ਟੈਕਸ ਪੇਪਰ ਹੋਣੇ ਚਾਹੀਦੇ ਨੇ ਬਸ। ਤੇ ਆਪਣੀ ਫੈਮਿਲੀ ਦੇ ਵਿੱਚ ਜਦੋਂ ਵੀ ਪੈਸੇ ਭੇਜਦੇ ਨੇ ਉਹ ਪੈਸੇ ਦੇ ਰਿਕਾਰਡ ਹੋਣਾ ਬਹੁਤ ਜ਼ਰੂਰੀ ਹੈ, ਤੇ ਆਪਣੇ ਬੈਂਕ ਬੈਲੈਂਸ ਵਧੀਆ ਸ਼ੋ ਕਰਕੇ ਤੇ ਉਹ ਆਪਣੀ ਫੈਮਿਲੀ ਮੈਂਬਰ ਨੂੰ ਵੀ ਬੁਲਾ ਸਕਦੇ ਆ। ਚਲੋ ਜੀ ਸਹੀ ਹੈ। ਚਲੋ ਬਾਈ ਜੀ, ਫਿਰ ਅੱਜ ਲਈ ਆਪਾਂ ਧੰਨਵਾਦ ਕਰਦੇ ਹਾਂ। ਜੇ ਲੋਕਾਂ ਦੇ ਕੋਈ ਸਵਾਲ ਇਦਾਂ ਦੇ ਹੋਏ, ਤੁਸੀਂ ਕਮੈਂਟ ਪੜ੍ਹ ਕੇ ਉਦਾਂ ਦੀ ਵੀਡੀਓ ਬਣਾਈ ਚੱਲਿਓ। ਬਿਲਕੁਲ ਜੀ, ਜ਼ਰੂਰ। ਫਿਰ ਜੋ ਵੀ ਕਮੈਂਟ ਆਣਗੇ ਮੈਂ ਉਸ ਤੋਂ ਬਾਅਦ ਅੱਗੇ ਮੈਂ ਉਹਨਾਂ ਨੂੰ ਮੈਂਸ਼ਨ ਕਰ ਦਿਆਂਗਾ ਵੀਡੀਓ ਬਣਾ ਕੇ। ਠੀਕ ਆ ਬਾਈ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ ਫਿਰ ਮੇਰੇ ਵੱਲੋਂ ਤਾਂ। ਓਕੇ।